Hello students, I am Monica. There I will teach you the subject here, fundamentals of e-business. In the first chapter we have covered the components and the scope of IT in our daily life. Now we will cover the topic fundamentals of computers. In this fundamentals of computers, the term there various parts of computers are participated in various functions or various tasks that computer perform for to do any work। ਬੱਚੇ ਇਹਦੇ ਵਿੱਚ ਕੀ ਹੈ ਕਿ ਫੰਡਾਮੈਂਟਲਸ ਆਫ ਕੰਪਿਊਟਰਸ ਦੇ ਵਿੱਚ ਕਿ ਉਹ ਇਹਦੇ ਪਾਰਟਸ ਨੇ ਜਾਂ ਇਹਦੇ ਫੰਕਸ਼ਨਸ ਨੇ ਇਹਦੇ ਪਾਰਟਸ ਦੇ ਜੋ ਇਹ ਪਰਫੋਰਮ ਕਰਦਾ ਹੈ। ਆਪਾਂ ਪੜ੍ਹਦੇ ਹਾਂ ਕਿ ਕੰਪਿਊਟਰ ਕੀ ਹੈ ਕਿ ਇਲੈਕਟ੍ਰੋਨਿਕ ਡਿਵਾਈਸ ਹੈ ਜੋ ਕਿ ਇਨਪੁਟ ਲੈਂਦਾ ਹੈ ਉੱਤੇ ਪ੍ਰੋਸੈਸਿੰਗ ਕਰਦਾ ਉਸ ਤੋਂ ਬਾਅਦ ਆਊਟਪੁੱਟ ਦਿੰਦਾ ਹੈ। ਤਾਂ ਇਨਪੁੱਟ ਲੈਣ ਦੇ ਵਿੱਚ ਪ੍ਰੋਸੈਸਿੰਗ ਕਰਨ ਦੇ ਵਿੱਚ ਐਂਡ ਆਊਟਪੁੱਟ ਦੇਣ ਦੇ ਵਿੱਚ ਜੋ ਜੋ ਉਹਦੇ ਪਾਰਟਸ ਫੰਕਸ਼ਨਸ ਪਰਫੋਰਮ ਕਰਦੇ ਨੇ ਤਾਂ ਆਪਾਂ ਇਹਦੇ ਵਿੱਚ ਉਹ ਸਾਰੇ ਪਾਰਟਸ ਪੜ੍ਹਾਂਗੇ। ਦੈਨ ਆਪਣੇ ਕੋਲ ਇਹਦੇ ਵਿੱਚ ਆਉਂਦਾ ਜਿਵੇਂ ਵਾਟ ਇਜ਼ ਕੰਪਿਊਟਰ। ਕੰਪਿਊਟਰ ਤੁਸੀਂ ਸਾਰੇ ਹੀ ਜਾਣਦੇ ਹੋ। ਇਹਦੇ ਵਿੱਚ ਇਹਨਾਂ ਨੇ ਦੱਸਿਆ ਦੇਖੋ ਕੰਪਿਊਟਰ ਅਸੈਪਟਸ ਡਾਟਾ ਸਟੋਰਸ ਐਂਡ ਪ੍ਰੋਸੈਸਿਸ ਡਾਟਾ ਇਨਟੂ ਇਨਫੋਰਮੇਸ਼ਨ। ਜੋ ਆਪਣਾ ਕੋਈ ਵੀ ਡਾਟਾ ਹੈ ਉਹਦੇ 'ਤੇ ਉਹਨੇ ਪ੍ਰੋਸੈਸਿੰਗ ਕਰਨਾ, ਠੀਕ ਹੈ, ਅਤੇ ਉਹਨੂੰ ਚੇਂਜ ਕਰਨਾ ਇਨਫੋਰਮੇਸ਼ਨ ਦੀ ਫੋਰਮ ਦੇ ਵਿੱਚ। ਪਹਿਲਾਂ ਤਾਂ ਬੱਚੇ ਇਨਫੋਰਮੇਸ਼ਨ ਹੁੰਦਾ, ਇੱਕ ਡਾਟਾ ਹੁੰਦਾ। ਇੱਕ ਡਾਟਾ ਕੀ ਹੈ ਕਿ ਜੋ ਆਪਾਂ ਸਟੋਰ ਕਰਕੇ ਰੱਖਦੇ ਹਾਂ ਕਿਸੇ ਵੀ ਚੀਜ਼ ਬਾਰੇ। ਦੈਨ ਉਸ ਤੋਂ ਬਾਅਦ ਜਦੋਂ ਉਹਨੂੰ ਆਪਾਂ ਮੈਨੂਅਲੀ ਜਾਂ ਇੱਕ ਆਪਾਂ ਫਾਈਲ ਰਿਕਾਰਡ ਦੇ ਵਿੱਚ ਪ੍ਰੋਪਰਲੀ ਮੈਨੇਜ ਕਰ ਲੈਂਦੇ ਹਾਂ, ਦੈਟ ਬਿਕਮਸ ਦਾ ਇਨਫੋਰਮੇਸ਼ਨ। ਐਂਡ ਇਨਫੋਰਮੇਸ਼ਨ ਕੀ ਚੀਜ਼ ਹੈ ਕਿ ਜਦੋਂ ਆਪਾਂ ਆਪਣੇ ਮਾਈਂਡ ਦੇ ਵਿੱਚ ਕੋਈ ਵੀ ਚੀਜ਼ ਨੂੰ ਸੇਵ ਕੀਤਾ, ਕੋਈ ਡਾਟਾ ਸੇਵ ਕਰ ਲਿਆ, ਦੈਨ ਉਹ ਆਫਟਰ ਸਮ ਟਾਈਮ ਜਦੋਂ ਆਪਾਂ ਉਹਨੂੰ ਯਾਦ ਰੱਖਦੇ ਹਾਂ, ਮਤਲਬ ਜਦੋਂ ਲੌਂਗ ਟਾਈਮ ਲਈ ਉਹ ਆਪਣੇ ਦਿਮਾਗ ਦੇ ਵਿੱਚ ਸੈਟਅਪ ਹੋ ਜਾਏ ਅਤੇ ਆਪਾਂ ਨੂੰ ਹਮੇਸ਼ਾ ਯਾਦ ਰਹੇ ਉਹ ਕੀ ਬਣ ਜਾਂਦੀ ਹੈ, ਆਪਣੀ ਨੌਲੇਜ ਬਣ ਜਾਂਦੀ ਹੈ। ਦੈਨ ਇਟ ਇਜ਼ ਏਬਲ ਟੂ ਵਰਡ ਬਿਕੋਜ਼ ਦੇਰ ਆਰ ਇੰਸਟਰਕਸ਼ਨਸ ਇਨ ਮੈਮਰੀ ਡਾਇਰੈਕਟਿੰਗ। ਇਹਦੇ ਵਿੱਚ ਕੁਝ ਇੰਸਟਰਕਸ਼ਨਸ ਨੇ ਜੋ ਮੈਮਰੀ ਨੂੰ ਡਾਇਰੈਕਟ ਕਰਦੀਆਂ ਨੇ, ਮੈਮਰੀ ਨੂੰ ਰੂਲ ਅਪ ਕਰਦੀਆਂ ਨੇ ਕਿ ਇਹ ਕੰਮ ਆਪਾਂ ਕਿਵੇਂ ਕਰਨੇ ਨੇ। ਇਹ ਸਾਰੇ ਇਹਦੇ ਵਿੱਚ ਆਪਾਂ ਕਰਦੇ ਹਾਂ। ਦੈਨ ਆਪਣੇ ਕੋਲ ਆਉਂਦਾ ਫੰਕਸ਼ਨਸ ਐਂਡ ਫੀਚਰਸ ਆਫ ਕੰਪਿਊਟਰ। ਹੁਣ ਦੇਖੋ ਫੰਕਸ਼ਨਸ ਇਹ ਨੇ ਕਿ ਉਹਦੇ ਜੋ ਫੰਡਾਮੈਂਟਲਸ ਨੇ, ਉਹਦੇ ਪਾਰਟਸ ਨੇ, ਉਹ ਕੀ ਕੰਮ ਕਰਦੇ ਨੇ, ਉਹਦੇ ਫੀਚਰਸ ਕੀ ਨੇ, ਉਹਨਾਂ ਦੇ ਵਿੱਚ ਉਹ ਕਿੱਦਾਂ ਪਾਰਟੀਸਪੇਟ ਕਰਦੇ ਆ ਕਿਸੇ ਵੀ ਕੰਮ ਨੂੰ ਪਰਫੋਰਮ ਕਰਨ ਲਈ। ਫਸਟ ਆਪਣੇ ਕੋਲ ਆਉਂਦਾ ਇਨਪੁੱਟ। ਇਨਪੁੱਟ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਇਨਪੁੱਟ ਦਿੰਦੇ ਹਾਂ ਤਾਂ ਉਹਦੇ ਲਈ ਆਪਣੇ ਕੋਲ ਸਪੈਸ਼ਲ ਡਿਵਾਈਸਿਸ ਨੇ ਦੈਟ ਆਰ ਕਾਲਡ ਦਾ ਇਨਪੁੱਟ ਡਿਵਾਈਸਿਸ। ਇਨਪੁੱਟ ਡਿਵਾਈਸਿਸ ਆਰ ਲਾਈਕ ਐਜ਼ ਦੇਅਰ ਆਰ ਮੈਂਸ਼ਨਡ that are the keyboard, mouse, scanner, trackball, light pen and joystick। ਤੇ ਇਹ ਸਾਰੇ ਕੀ ਨੇ ਆਪਣੇ ਇਨਪੁੱਟ ਡਿਵਾਈਸਿਸ ਨੇ ਜੋ ਇਨਪੁੱਟ ਦੇਣ ਦੇ ਕੰਮ ਆਉਂਦੇ ਨੇ। ਇਨਪੁੱਟ ਦੇਣ ਦੇ ਕਿੱਦਾਂ ਕੰਮ ਆਉਂਦੇ ਨੇ? ਕੀਬੋਰਡ ਤੋਂ ਆਪਾਂ ਕੀ ਪ੍ਰੈਸ ਕਰਦੇ ਹਾਂ, ਦੈਨ ਕੁਝ ਕੀ ਜੋ ਆਪਾਂ ਪ੍ਰੈਸ ਕੀਤੀਆਂ, ਜੋ ਵਰਡਸ ਆਪਾਂ ਕੈਲਕੂਲੇਸ਼ਨਸ ਲਈ ਉਹਦੇ ਵਿੱਚ ਪ੍ਰੈਸ ਕੀਤੇ, ਦੈਨ ਉਹ ਆਪਣੀ ਮੋਨੀਟਰ ਸਕਰੀਨ ਦੇ ਉੱਤੇ ਜਾ ਕੇ ਜਾਂ ਆਪਾਂ ਕੋਈ ਪ੍ਰੋਗਰਾਮਿੰਗ ਕਰਦੇ ਹਾਂ, ਕੋਡਿੰਗ ਕਰਦੇ ਹਾਂ, ਜੋ ਵੀ ਆਪਾਂ ਐਕਸ਼ਨ ਪਰਫੋਰਮ ਕਰਨੇ ਨੇ ਤਾਂ ਕੀਬੋਰਡ ਤੋਂ ਆਪਾਂ ਕੀਜ਼ ਨੂੰ ਪ੍ਰੈਸ ਕਰਕੇ ਉਹਦੇ 'ਤੇ ਆਪਾਂ ਐਕਸ਼ਨਸ ਨੂੰ ਪਰਫੋਰਮ ਕਰਨ ਲਈ ਇੱਕ ਕਮਾਂਡ ਦਿੰਦੇ ਹਾਂ। ਦੈਨ ਮਾਊਸ ਹੈ, ਮਾਊਸ ਫॉर ਐਨੀ ਸਿਲੈਕਸ਼ਨ, ਕਿਉਂਕਿ ਇੱਕ ਪੁਆਇੰਟਰ ਡਿਵਾਈਸ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਸਿਲੈਕਟ ਕਰਨਾ ਹੈ, ਉੱਤੇ ਕੋਈ ਐਕਸ਼ਨ ਪਰਫੋਰਮ ਕਰਨਾ ਹੈ, ਮੰਨ ਲਓ ਆਪਾਂ ਕੋਈ ਫੋਲਡਰ ਨੂੰ ਸਿਲੈਕਟ ਕੀਤਾ, ਉਹਨੂੰ ਆਪਾਂ ਰੀਨੇਮ ਕਰਨਾ ਹੈ, ਡਿਲੀਟ ਕਰਨਾ ਹੈ, ਠੀਕ ਹੈ, ਉਹਨੂੰ ਚੇਂਜ ਕਰਨਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਮਾਊਸ ਤੋਂ ਪਰਫੋਰਮ ਕਰਦੇ ਹਾਂ। ਸਕੈਨਰ ਦੇ ਵਿੱਚ ਕੀ ਚੀਜ਼ ਆਉਂਦੀ ਹੈ ਬੱਚੇ, ਐਵੇਂ ਆਪਣੇ ਕੋਲ ਕਿ ਆਪਾਂ ਕੋਈ ਚੀਜ਼ ਸਕੈਨ ਕਰਨੀ ਹੈ, ਸਕੈਨ ਕਰਕੇ ਉਹ ਡਾਟਾ ਨੂੰ ਆਪਾਂ ਜਿਹੜੀ ਹਾਰਡ ਕਾਪੀ ਸੀ ਉਹਨੂੰ ਆਪਾਂ ਸੌਫਟ ਕਾਪੀ ਦੇ ਵਿੱਚ ਚੇਂਜ ਕਰ ਲੈਂਦੇ ਹਾਂ ਆਫਟਰ ਦਾ ਸਕੈਨਿੰਗ। ਟਰੈਕ ਬਾਲ ਕੀ ਹੈ? ਇਹਦੇ ਵਿੱਚ ਇਹ ਯੂਜ਼ ਹੁੰਦੀਆਂ ਨੇ ਬੱਚੇ ਫॉर ਦਾ ਗੇਮਸ ਲਈ, ਕਿ ਗੇਮਸ ਦੇ ਵਿੱਚ ਆਪਾਂ ਟਰੈਕ ਬਾਲ ਯੂਜ਼ ਕਰਦੇ ਹਾਂ। ਇਹ ਵੀ ਇੱਕ ਪੁਆਇੰਟਿੰਗ ਡਿਵਾਈਸ ਹੈ ਜੋ ਕਿ ਅਪ ਐਂਡ ਡਾਊਨ ਕਰਦਾ ਹੈ ਜਾਂ ਆਪਾਂ ਕਹਿ ਦਈਏ ਲੈਫਟ ਰਾਈਟ ਮੂਵ ਕਰਦਾ ਹੈ। ਲਾਈਟ ਪੈਨ ਕੀ ਹੈ? ਲਾਈਟ ਪੈਨ ਦੇ ਵਿੱਚ ਇੱਕ ਲਾਈਟ ਸੈਂਸਰ ਹੁੰਦਾ ਹੈ ਜੇ ਕਿ ਆਪਾਂ ਲਾਈਟ ਉਹਦੇ 'ਤੇ ਐਮਿਟ ਕਰਦੇ ਹਾਂ ਸਕਰੀਨ 'ਤੇ, ਤਾਂ ਜਿਵੇਂ ਜਿੱਥੇ ਲਾਈਟ ਐਮਿਟ ਕੀਤੀ ਉੱਥੇ ਉਹ ਜੋ ਆਪਾਂ ਐਕਸ਼ਨਸ, ਜਿਵੇਂ ਆਪਾਂ ਮਾਊਸ ਨਾਲ ਸਿਲੈਕਟ ਕੀਤਾ, ਲਾਈਟ ਪੈਨ ਨਾਲ ਆਪਾਂ ਲਾਈਟ ਉਹਦੇ 'ਤੇ ਐਮਿਟ ਕਰਵਾ ਕੇ ਉਹ ਐਕਸ਼ਨਸ ਪਰਫੋਰਮ ਕਰਵਾ ਸਕਦੇ ਹਾਂ। ਦੈਨ ਆਪਣੇ ਕੋਲ ਜੋਇਸਟਿਕ, ਇਹ ਵੀ ਆਪਾਂ ਗੇਮ ਪਲੇਇੰਗ ਦੇ ਵਿੱਚ ਇਹ ਯੂਜ਼ ਹੁੰਦੀ ਹੈ। ਦੈਨ ਆਊਟਪੁੱਟ ਡਿਵਾਈਸਿਸ, ਹੁਣ ਇਨਪੁੱਟ ਤਾਂ ਆਪਾਂ ਇਹਨਾਂ ਦੇ ਥਰੂ ਦਿੱਤੀ ਹੈ, ਦੈਨ ਆਊਟਪੁੱਟ ਦੇ ਲਈ ਆਪਣੇ ਕੋਲ ਡਿਵਾਈਸਿਸ ਨੇ ਕਿ ਜੋ ਆਪਾਂ ਇਨਪੁੱਟ ਦਿੱਤੀ ਉਹਨੂੰ ਪ੍ਰੋਸੈਸਿੰਗ ਹੋਈ, ਪ੍ਰੋਸੈਸਿੰਗ ਤੋਂ ਬਾਅਦ ਆਪਣੇ ਕੋਲ ਆਊਟਪੁੱਟ ਆਉਂਦੀ ਹੈ। ਤਾਂ ਆਊਟਪੁੱਟ ਕਿਹਦੇ ਥਰੂ ਆਉਂਦੀ ਹੈ? ਉਹਦੇ ਲਈ ਆਪਣੇ ਕੋਲ ਡਿਵਾਈਸਿਸ ਨੇ, ਉਹ ਡਿਵਾਈਸਿਸ ਨੂੰ ਆਪਾਂ ਕੀ ਕਹਿੰਦੇ ਆ? ਆਊਟਪੁੱਟ ਡਿਵਾਈਸਿਸ। ਜਿਵੇਂ ਹੁਣ ਆਪਾਂ ਕੀਬੋਰਡ ਤੋਂ ਜਾਂ ਮਾਊਸ ਤੋਂ ਕੋਈ ਵੀ ਇਨਪੁੱਟ ਦਿੱਤੀ, ਉਹ ਸਾਰੀ ਡਿਸਪਲੇ ਕਿੱਥੇ ਹੁੰਦੀ ਹੈ? ਮੋਨੀਟਰ ਸਕਰੀਨ 'ਤੇ। ਤਾਂ ਮੋਨੀਟਰ ਕੀ ਹੈ ਆਪਣੇ ਕੋਲ? ਇੱਕ
ਆਊਟਪੁੱਟ ਡਿਵਾਈਸਿਸ ਹੈ। ਦੈਨ ਸਪੀਕਰ ਹੈ। ਹੁਣ ਮਾਈਕ ਹੈ, ਮਾਈਕ ਦੇ ਵਿੱਚ ਆਪਾਂ ਕੁਛ ਵੀ ਬੋਲਿਆ, ਉਹਨੇ ਆਪਣੀ ਇਨਪੁੱਟ ਲਈ ਹੈ, ਬਟ ਉਹਨੇ ਇਨਪੁੱਟ ਲੈ ਕੇ ਕਿਹਨੂੰ ਪਾਸ ਕੀਤੀ ਹੈ? ਸਪੀਕਰਸ ਨੂੰ। ਸਪੀਕਰ ਦੇ ਥਰੂ ਦੇਖੋ ਵੋਇਸ ਹੈ ਜਿਹੜੀ ਸਾਰੇ ਕਿਤੇ ਫੈਲਦੀ ਹੈ, ਸਪਰੈਡ ਆਊਟ ਹੁੰਦੀ ਹੈ। ਦੈਨ ਉਹ ਕੀ ਹੈ? ਸਪੀਕਰਸ ਕੀ ਨੇ? ਆਪਣੇ ਆਊਟਪੁੱਟ ਡਿਵਾਈਸਿਸ ਨੇ। ਫਿਰ ਹੈੱਡਫੋਨਸ ਨੇ। ਹੈੱਡਫੋਨਸ ਕੀ ਹੈ ਕਿ ਜਿਹੜੀਆਂ ਉਹਦੀਆਂ ਵਾਇਰ ਕਨੈਕਸ਼ਨ ਹੈ, ਜਦੋਂ ਆਪਾਂ ਇਨਸਰਟ ਕਰਦੇ ਹਾਂ ਕਿਸੇ ਵੀ ਮਿਊਜ਼ੀਕਲ ਪਲੇਅਰ ਦੇ ਵਿੱਚ ਜਾਂ ਮਿਊਜ਼ੀਕਲ ਡਿਵਾਈਸਿਸ ਦੇ ਵਿੱਚ, ਤਾਂ ਹੈੱਡਫੋਨਸ ਆਪਣੇ ਉਹਦੇ ਤੋਂ ਆਊਟਪੁੱਟ ਦਿੰਦੇ ਨੇ, ਆਪਾਂ ਨੂੰ ਉਹਦੇ ਥਰੂ ਇੱਕ ਵੋਇਸ ਸੁਣਦੀ ਹੈ। ਦੈਨ ਪ੍ਰੋਜੈਕਟਰਸ ਨੇ। ਤੁਸੀਂ ਪ੍ਰੋਜੈਕਟਰ ਦੇਖਿਆ ਹੋਊਗਾ ਕਿ ਇੱਕ ਆਪਾਂ ਬੋਕਸ ਲਾਈਕ ਸਟਰਕਚਰ ਹੁੰਦਾ ਹੈ, ਉਹਦੇ 'ਤੇ ਆਪਾਂ ਕੁਛ ਵੀ ਲਾਈਟ ਐਮਿਟ ਹੁੰਦੀ ਹੈ, ਤਾਂ ਉਹ ਵਾਈਟ, ਜਿਵੇਂ ਤੁਸੀਂ ਲਗਾ ਲਓ ਕਿ ਮੂਵੀ ਥੀਏਟਰਸ ਦੇ ਵਿੱਚ ਤਾਂ ਉੱਥੇ ਇੱਕ ਪ੍ਰੋਜੈਕਟਰ ਹੁੰਦਾ ਹੈ, ਜੋ ਥੀਏਟਰ ਦੀ ਫਿਲਮ ਸਕਰੀਨ ਹੈ, ਉਹ ਸਕਰੀਨ ਦੇ ਉੱਪਰ ਉਹ ਲਾਈਟ ਐਮਿਟ ਹੁੰਦੀ ਹੈ ਅਤੇ ਉੱਥੇ ਆਪਣੀ ਜੋ ਮੂਵੀ ਹੈ ਉਹ ਪਲੇ ਹੁੰਦੀ ਹੈ। ਤਾਂ ਪ੍ਰੋਜੈਕਟਰਸ ਕੀ ਨੇ ਆਪਣੇ? ਕਿਉਂਕਿ ਆਊਟਪੁੱਟ ਦੇ ਰਹੇ ਨੇ, ਆਪਾਂ ਨੂੰ ਆਊਟਪੁੱਟ ਸ਼ੋਅ ਕਰਵਾ ਰਹੇ ਨੇ, ਤਾਂ ਉਹ ਕੀ ਨੇ? ਆਊਟਪੁੱਟ ਡਿਵਾਈਸਿਸ ਨੇ। ਨੈਕਸਟ ਟਾਈਮ ਹੀ ਆਪਣੇ ਕੋਲ ਬੱਚੇ ਆਉਂਦੇ ਆ ਪ੍ਰੋਸੈਸਿੰਗ, ਕਿਉਂਕਿ ਆਪਣੇ ਕੋਲ ਇਨਪੁੱਟ ਹੈ, ਪ੍ਰੋਸੈਸਿੰਗ ਹੈ, ਦੈਨ ਆਊਟਪੁੱਟ ਹੈ। ਹੁਣ ਇਨਪੁੱਟ ਅਤੇ ਆਊਟਪੁੱਟ ਲਈ ਆਪਣੇ ਕੋਲ ਡਿਵਾਈਸਿਸ ਨੇ ਜਿਨ੍ਹਾਂ ਦੇ ਥਰੂ ਆਪਾਂ ਇਨਪੁੱਟ ਦਿੱਤੀ, ਆਊਟਪੁੱਟ ਲਈ ਹੈ। ਦੈਨ ਪ੍ਰੋਸੈਸਿੰਗ ਦੇ ਲਈ ਜੋ ਪ੍ਰੋਸੈਸਿੰਗ ਕਰਦਾ ਹੈ ਉਹ ਕੀ ਆਪਣੇ ਕੋਲ? ਮੇਨ CPU, ਸੈਂਟਰਲ ਪ੍ਰੋਸੈਸਿੰਗ ਯੂਨਿਟ। ਸੈਂਟਰਲ ਪ੍ਰੋਸੈਸਿੰਗ ਯੂਨਿਟਸ ਦੇ ਵਿੱਚ ਵੀ ਅਲੱਗ-ਅਲੱਗ ਪਾਰਟਸ ਹੁੰਦੇ ਆ, ਜਿਵੇਂ ਮੈਮਰੀ ਯੂਨਿਟ ਹੈ, ਠੀਕ ਹੈ, ALU ਹੈ, ਅਰਥਮੈਟਿਕ ਲੌਜੀਕਲ ਯੂਨਿਟ ਹੈ, ਠੀਕ ਹੈ, CU ਹੈ, ਕੰਟਰੋਲ ਯੂਨਿਟ ਹੈ। ਇਹ ਸਾਰੇ ਕੀ ਨੇ? ਇਹਦੇ CPU ਦੇ ਪਾਰਟਸ ਨੇ। CPU ਦੇ ਅੰਦਰ ਇਹ ਸਾਰੀ ਚੀਜ਼ਾਂ ਲਾਈ ਕਰਦੀਆਂ ਨੇ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਸਟੋਰੇਜ ਡਿਵਾਈਸਿਸ। ਸਟੋਰੇਜ ਦੇ ਲਈ ਆਪਣੇ ਕੋਲ ਅਲੱਗ-ਅਲੱਗ ਡਿਵਾਈਸਿਸ ਨੇ। ਇਹ ਮੇਨਲੀ ਆਪਾਂ ਦੋ ਤਰ੍ਹਾਂ ਦੇ ਕਹਿੰਦੇ ਹਾਂ, ਇੱਕ ਪ੍ਰਾਇਮਰੀ ਹੈ, ਇੱਕ ਸੈਕੰਡਰੀ ਹੈ। ਪ੍ਰਾਇਮਰੀ ਜੋ ਮਤਲਬ ਫਸਟ ਸਟੇਜ 'ਤੇ ਉਹਦੇ ਕੋਲ ਪਏ ਨੇ, ਜੇ ਉਹਦੇ ਕੋਲ ਅੰਦਰ ਇੰਟਰਨਲ ਸਟਰਕਚਰ ਦੇ ਵਿੱਚ ਪਏ ਹੈ, ਜਿਵੇਂ ਰੈਮ ਦੇ ਵਿੱਚ ਕੀ ਹੈ? ਰੈਂਡਮ ਅਸੈਸ ਮੈਮਰੀ ਇਜ਼ ਅ ਪ੍ਰਾਇਮਰੀ ਸਟੋਰੇਜ ਯੂਨਿਟ ਆਫ ਕੰਪਿਊਟਰ। ਪ੍ਰਾਇਮਰਲੀ ਉਹਦੇ ਕੋਲ ਪਈ ਹੈ ਕਿ ਜਦੋਂ ਫਸਟਲੀ ਆਪਾਂ ਕੋਈ ਵੀ ਚੀਜ਼ ਸਟੋਰ ਕਰਾਂਗੇ ਜਾਂ ਆਟੋਮੈਟਿਕਲੀ ਜੋ ਵੀ ਚੀਜ਼ ਸਟੋਰ ਹੋਏਗੀ CPU ਦੇ ਵਿੱਚ ਜਾ ਕੇ ਕਿੱਥੇ ਹੋਏਗੀ? ਪ੍ਰਾਇਮਰੀ ਮੈਮਰੀ, ਦੈਟ ਇਜ਼ ਕਾਲਡ ਦਾ ਰੈਮ। ਦੈਨ ਦੇਅਰ ਇਜ਼ ਅ ਸੈਕੰਡਰੀ ਸਟੋਰੇਜ ਡਿਵਾਈਸਿਸ। ਸੈਕੰਡਰੀ ਸਟੋਰੇਜ ਮਤਲਬ ਜੋ ਆਪਾਂ ਬਾਹਰੋਂ ਯੂਜ਼ ਕਰਦੇ ਹਾਂ ਆਫਟਰ ਦੈਟ ਪ੍ਰਾਇਮਰੀ ਡਿਵਾਈਸਿਸ। ਤਾਂ ਉਹ ਸੈਕੰਡਰੀ ਡਿਵਾਈਸਿਸ ਆਪਣੇ ਨੇ ਹਾਰਡ ਡਿਸਕ ਡਰਾਈਵਸ, ਪੈਨ ਡਰਾਈਵਸ, ਠੀਕ ਹੈ, ਕਿਉਂਕਿ ਆਪਾਂ ਐਕਸਟਰਨਲੀ ਇਹਨਾਂ ਨੂੰ ਯੂਜ਼ ਕਰ ਰਹੇ ਹਾਂ। ਹਾਰਡ ਡਿਸਕ ਨੇ ਗੀਆਂ, CD ਹੋ ਗਈ, ਠੀਕ ਹੈ, ਤਾਂ ਫਲੋਪੀ ਡਿਸਕ ਹੋ ਗਈਆਂ, ਜਾਂ ਇਹਨਾਂ ਦੇ ਵਿੱਚ ਆਪਾਂ ਜੋ ਵੀ ਡਾਟਾ ਸੇਵ ਕਰਾਂਗੇ ਸੈਕੰਡਰਲੀ, ਤਾਂ ਉਹਨਾਂ ਦੇ ਵਿੱਚ ਇਹ ਆਪਣਾ ਡਾਟਾ ਸਟੋਰਿੰਗ ਦੇ ਲਈ ਯੂਜ਼ ਹੁੰਦੀ ਹੈ। ਦੈਨ ਉਸ ਤੋਂ ਬਾਅਦ ਪਾਰਟਸ ਆਫ ਕੰਪਿਊਟਰ ਇਹਨਾਂ ਨੇ ਦੇਖੋ ਦਿਖਾਏ ਨੇ ਆਪਣੇ ਕੋਲ। ਡਾਇਗਰਾਮ ਹੈ ਪਾਰਟਸ ਆਫ ਕੰਪਿਊਟਰ ਦੇ ਵਿੱਚ। ਤੁਸੀਂ ਡਾਇਗਰਾਮ, ਅਗਰ ਤੁਹਾਨੂੰ ਕੁਐਸਚਨ ਵੀ ਆਉਂਦਾ ਬੱਚੇ, ਦੈਨ ਤੁਸੀਂ ਡਰਾ ਕਰੋਗੇ ਪ੍ਰੋਪਰਲੀ ਦੈਟ ਦਾ ਡਾਇਗਰਾਮ। ਇਹਦੇ ਵਿੱਚ ਆਪਣੇ ਕੋਲ ਸਾਰੇ ਇਨਪੁੱਟ ਆਊਟਪੁੱਟ ਡਿਵਾਈਸਿਸ ਦੇਖੋ ਆਲਮੋਸਟ ਦਿਖਾਏ ਹੋਏ ਆ, ਜੋ ਮੇਨਲੀ ਆਪਾਂ ਰੂਟੀਨ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ। ਮੋਨੀਟਰ ਸਕਰੀਨ ਹੈ, ਕੀਬੋਰਡ ਹੈ, CPU ਹੈ, ਮਾਊਸ ਹੈ, ਮੋਡਮ ਹੈ, ਮੋਡਮ ਜਿਹਦੇ ਥਰੂ ਆਪਾਂ ਨੈਟਵਰਕ ਆਪਣੇ PC 'ਤੇ ਚਲਾਉਂਦੇ ਹਾਂ। ਦੈਨ ਪ੍ਰਿੰਟਰ ਹੈ, ਸਪੀਕਰਸ ਹੈ। ਇਹ ਸਾਰੀਆਂ ਚੀਜ਼ਾਂ ਕੀ ਨੇ? ਇੱਕ ਕੰਪਿਊਟਰ ਦੇ ਪਾਰਟਸ ਨੇ ਜੋ ਆਪਾਂ ਮੇਨਲੀ ਅਕਸਰ ਯੂਜ਼ ਕਰਦੇ ਹਾਂ ਫॉर ਗਿਵਿੰਗ ਦਾ ਇਨਪੁਟ ਐਂਡ ਫॉर ਟੇਕਿੰਗ ਦਾ ਆਊਟਪੁੱਟ ਆਫਟਰ ਦੈਟ ਪ੍ਰੋਸੈਸਿੰਗ ਦੈਟ ਹੈਜ਼ ਡਨ ਬਾਈ ਦਾ CPU। ਦੈਨ ਨੈਕਸਟ ਆਪਣੇ ਕੋਲ ਬੱਚੇ ਇਹਦੇ ਵਿੱਚ ਆਉਂਦੇ ਨੇ ਸਿਸਟਮ ਯੂਨਿਟ। ਹੁਣ ਜਦੋਂ ਆਪਣੇ ਕੋਲ ਇਹਦੇ ਵਿੱਚ ਪਾਰਟਸ ਨੇ, ਤਾਂ ਪਾਰਟਸ ਦੇ ਵਿੱਚ ਆਪਾਂ ਦੇਖਾਂਗੇ ਕਿ ਸਿਸਟਮ ਯੂਨਿਟਸ ਹੁੰਦੇ ਆ। ਸਿਸਟਮ ਯੂਨਿਟਸ ਦੇ ਅੰਡਰ ਆਪਣੇ ਕੋਲ ਜੋ CPU ਹੈ, ਠੀਕ ਹੈ, ਤਾਂ ਉਹਦੇ ਅੰਦਰ ਆਪਣੇ ਕੋਲ ਕੀ ਹੁੰਦਾ? CPU ਨੂੰ ਆਪਾਂ ਮੇਨਲੀ ਅਕਸਰ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਕਿ ਬ੍ਰੇਨ ਹੈ ਕੰਪਿਊਟਰ ਦਾ। ਤਾਂ ਉਹ ਬ੍ਰੇਨ ਦੇ ਵਿੱਚ ਕੀ ਕੁਛ ਪਿਆ? ਰੈਮ ਹੈ, ਰੋਮ ਹੈ, ਅਲੱਗ-ਅਲੱਗ ਮੈਮਰੀਜ਼ ਪਈਆਂ ਨੇ, ਅਲੱਗ-ਅਲੱਗ ਪੈਰੀਫੇਰਲ ਡਿਵਾਈਸਿਸ ਨੇ ਜੋ ਉਹਦੇ ਅੰਡਰ ਇੱਕ ਕੰਮ ਕਰਨ ਦੇ ਵਿੱਚ ਉਹਨੂੰ ਹੈਲਪ ਕਰਦੇ ਨੇ। ਜਿਵੇਂ ਕਿ ਇੱਕ ਮਦਰਬੋਰਡ ਹੈ। ਮਦਰਬੋਰਡ ਕੀ? ਇੱਕ ਮੇਨ ਸਰਕਟ ਬੋਰਡ ਹੈ ਜਿਹਦੇ 'ਤੇ PC ਵੀ ਇਹਦੇ ਵਿੱਚ ਮੇਨ ਬੋਰਡ, ਸਿਸਟਮ ਬੋਰਡ, PC ਅਟੈਚ ਹੈ ਮੇਨਲੀ, ਜਿਹਦੇ ਥਰੂ ਆਪਣੀਆਂ ਜੋ ਵੀ ਪ੍ਰੋਸੈਸਿੰਗਸ ਨੇ ਉਹ ਰਨ ਆਊਟ ਹੁੰਦੀਆਂ ਨੇ। ਦੈਨ CPU ਹੈ। CPU ਇਲੈਕਟ੍ਰੋਨਿਕ ਚਿਪ ਹੈ ਦੈਟ ਡਿਟਰਮਿਨਸ ਦਾ ਪ੍ਰੋਸੈਸਿੰਗ ਪਾਵਰ ਆਫ ਦਾ ਕੰਪਿਊਟਰ, ਕਿ ਉਹਦੀ ਪ੍ਰੋਸੈਸਰ ਪਾਵਰ ਕੀ ਹੈ ਕੰਪਿਊਟਰ ਦੀ। ਦੈਨ ਮੈਮਰੀ ਹੈ, ਫॉर ਸਟੋਰੇਜ ਹੈ। ਬੱਸ ਹੈ, ਇੱਕ ਬੱਸ ਦੇ ਥਰੂ ਜਦੋਂ ਆਪਾਂ ਇਹ ਲਗਾ ਲਓ ਕਿ ਮੰਨ ਲਓ ਆਪਣੇ ਕੋਲ ਇੱਕ ਕੰਪਿਊਟਰ ਹੈ, ਠੀਕ ਹੈ, ਇੱਕ ਡਿਵਾਈਸ ਹੈ, ਆ ਇਨਪੁੱਟ ਡਿਵਾਈਸ ਹੈ, ਆ ਆਊਟਪੁੱਟ ਡਿਵਾਈਸ ਹੈ, ਅਤੇ ਇੱਥੇ ਇੱਕ ਕੰਟਰੋਲਿੰਗ ਬੱਸ ਹੈ ਜੋ ਕਿ ਇਨਪੁੱਟ ਤੋਂ ਆਪਾਂ ਨੂੰ ਪ੍ਰੋਸੈਸਿੰਗ ਦੇ ਲਈ ਡਾਟਾ ਦਿੰਦੀ ਹੈ। ਦੈਨ ਉਹ ਪ੍ਰੋਸੈਸਿੰਗ ਤੋਂ ਬਾਅਦ ਆਊਟਪੁੱਟ ਨੂੰ ਪਾਸ ਕਰਦੀ ਹੈ। ਦੈਨ ਉਸ ਤੋਂ ਬਾਅਦ ਉਹ ਇੱਕ ਫੀਡਬੈਕ ਭੇਜਦਾ ਹੈ ਕਿ ਜੇਕਰ ਉਹ ਪ੍ਰੋਪਰਲੀ ਪਰਫੋਰਮ ਹੋ ਗਿਆ ਟਾਸਕ, ਦੈਟ ਦਾ ਟਾਸਕ ਹੈਜ਼ ਪਰਫੋਰਮਡ, ਦੈਨ ਉਹਦੀ ਆਊਟਪੁੱਟ ਉਹਨੂੰ ਸੈਂਡ ਕਰੇਗਾ। ਅਗਰ ਕੋਈ ਵੀ ਐਰਰ ਆਉਂਦੀ ਹੈ ਤਾਂ ਇਸ ਕੰਟਰੋਲਿੰਗ ਬੱਸ ਦੇ ਥਰੂ ਉਹਨੂੰ ਫੀਡਬੈਕ ਭੇਜੇਗਾ ਕਿ ਸੈਂਡ ਮੀ ਦੈਟ ਡਾਟਾ ਅਗੇਨ ਦੈਟ ਫਸਟਲੀ ਵਾਜ਼ ਐਰਰ।
ਤਾਂ ਉਹਦੇ ਵਿੱਚ ਕੀ ਸੀ, ਐਰਰ ਸੀ, ਤਾਂ ਉਹਨੂੰ ਇਹ ਬੱਸਿਸ ਆਪਣੇ ਕੋਲ ਐਵੇਂ ਹੁੰਦੀਆਂ ਨੇ। ਅਤੇ ਇਹਦੇ ਵਿੱਚ ਇੱਕ ਫੋਰਮ ਹੁੰਦੀ ਹੈ ਕਿ ਇੰਸਟਰਕਸ਼ਨ ਬੱਸ ਹੁੰਦੀ ਹੈ, ਜੋ ਕਿ 0 ਐਂਡ 1 ਦੀ ਫੋਰਮ 'ਚ ਸ਼ੋ ਕਰਦੀ ਹੈ। ਜਦੋਂ ਕੋਈ ਡਾਟਾ ਪ੍ਰੋਸੈਸਡ ਹੋ ਗਿਆ ਦੈਨ 1 ਹੈ, ਅਗਰ ਨਹੀਂ ਹੋਇਆ ਤਾਂ 0 ਹੈ। ਦੈਨ ਦਾ ਐਕਸਪੈਂਸ਼ਨ ਸਲੋਟਸ ਕੀ ਨੇ ਕਿ ਸੋਕਟਸ ਨੇ ਅਤੇ ਐਡਾਪਟਰਸ ਵਗੈਰਾ ਕਨੈਕਟਡ ਨੇ ਜਿਹਦੇ ਥਰੂ, ਠੀਕ ਹੈ। ਦੈਨ ਹੈ ਪੋਰਟਸ ਔਰ ਕਨੈਕਟਰਸ। ਮਤਲਬ ਪੋਰਟਸ ਬਣੇ ਹੁੰਦੇ ਨੇ ਆਪਣੇ ਡਿਵਾਈਸਿਸ 'ਤੇ। ਤੁਸੀਂ ਕੰਪਿਊਟਰ ਜੇਕਰ ਪ੍ਰੋਪਰਲੀ ਦੇਖਿਆ ਹੈ ਤਾਂ ਜਦੋਂ ਕੰਪਿਊਟਰ ਦੀਆਂ ਵਾਇਰਸ CPU ਨਾਲ CPU ਦੀਆਂ ਅੱਗੇ ਆਪਣੇ ਅਲੱਗ-ਅਲੱਗ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਨਾਲ ਸਾਰੇ ਮਤਲਬ ਆਪਸ 'ਚ ਇੰਟਰਕਨੈਕਟਡ ਹੁੰਦੇ ਨੇ, ਤਾਂ ਉਹਨਾਂ ਦੇ ਉਹ ਜਿਹੜੇ ਕਨੈਕਸ਼ਨਸ ਨੇ ਵਾਇਰਸ ਡਾਇਰੈਕਟਲੀ ਤਾਂ ਉਹਨਾਂ ਨਾਲ ਪੇਸਟ ਨਹੀਂ ਹੁੰਦੀਆਂ, ਉਹਨਾਂ 'ਤੇ ਸੌਕਟਸ ਬਣੇ ਹੁੰਦੇ ਹੈ ਜਿਨ੍ਹਾਂ ਦੇ ਵਿੱਚ ਆਪਾਂ ਪੋਰਟ ਬਣੇ ਹੁੰਦੇ ਜਿਹਦੇ ਵਿੱਚ ਆਪਾਂ ਉਹ ਵਾਇਰਸ ਨੂੰ ਇਨਸਰਟ ਕਰਦੇ ਹਾਂ ਅਤੇ ਉਹ ਆਪਸ 'ਚ ਇੰਟਰਕਨੈਕਟੀਵਿਟੀ ਉਹਨਾਂ ਦੀ ਬਣਾਉਂਦੇ ਹੈ। ਦੈਨ ਆਪਣੇ ਕੋਲ ਬੇਸ ਕੀ ਨੇਗੇ, ਕੰਪਿਊਟਰ ਕੇਸ ਵੇਅਰ ਹੈਡ ਦਾ ਹਾਰਡ ਡਰਾਈਵ, ਫਲੋਪੀ ਡਰਾਈਵ, CD ROM, ਠੀਕ ਹੈ। ਇਹ ਸਾਰੇ ਚੀਜ਼ਾਂ ਉੱਥੇ ਸਿਟ ਹੁੰਦੀਆਂ ਨੇ, ਮਤਲਬ ਉਹਦੇ ਵਿੱਚ ਲਾਈ ਕਰਦੀਆਂ ਨੇ। ਦੈਨ ਪਾਵਰ ਸਪਲਾਈ ਯੂਨਿਟ ਹੁੰਦੀ ਹੈ ਇਹਦੇ ਨਾਲ। ਦੈਨ ਸਾਊਂਡ ਕਾਰਡ ਹੁੰਦਾ ਹੈ ਜਿਹਦੇ ਥਰੂ ਆਪਾਂ ਸਾਊਂਡਸ ਵਗੈਰਾ ਨੂੰ ਸੁਣਦੇ ਹਾਂ। ਦੈਨ ਹੈ ਹਾਰਡ ਡਿਸਕ ਡਰਾਈਵ ਜੋ ਆਪਣੀ CPU ਦੇ ਅੰਦਰ ਇਨਸਰਟਡ ਹੁੰਦੀ ਹੈ, ਇੱਕ ਇੰਟਰਨਲ ਪਾਰਟ ਹੈ CPU ਦਾ, ਜਿਹਦੇ ਵਿੱਚ ਆਪਾਂ ਜੋ ਵੀ ਡਾਟਾ ਸੇਵ ਕਰਦੇ ਹਾਂ ਤਾਂ ਆਪਣਾ ਹਾਰਡ ਡਿਸਕ ਡਰਾਈਵ ਦੇ ਵਿੱਚ ਮੇਨਲੀ ਸੇਵ ਹੁੰਦਾ ਹੈ, ਜਿਹਦੇ ਅੱਗੇ ਉਹ ਪਾਰਟਸ ਨੇ ਮੈਮਰੀ ਯੂਨਿਟਸ, ਕੰਟਰੋਲ ਯੂਨਿਟਸ, ਉਹਦੇ ਵਿੱਚ ਹੀ ਇਹ ਸਾਰੇ ਪਾਰਟਸ ਅੱਗੇ ਲਾਈ ਕਰਦੇ ਹੈ। ਦੈਨ ਇਹਨਾਂ ਨੇ ਦਿਖਾਇਆ, ਦੇਖੋ CD ਐਂਡ DVD ਡਰਾਈਵਸ ਨੇ ਇਹਦੇ ਵਿੱਚ, ਠੀਕ ਹੈ। ਇਹ ਆਪਣੀ ਇਹਦੇ 'ਤੇ CD ਦੇਖੋ ਇਹ ਬਣੀ ਹੋਈ ਹੈ, ਜੋ ਇੱਕ ਸਟਰਕਚਰ ਹੈ, ਸਟਰਕਚਰ ਦੇ ਵਿੱਚ ਇਹਨਾਂ ਨੇ CD ਦਿਖਾਈ ਹੋਈ ਹੈ, ਠੀਕ ਹੈ। ਇਹ ਹਾਰਡ ਡਿਸਕ ਨੇ, ਉਸ ਤੋਂ ਬਾਅਦ ਇਹ CD ਹੈ। ਦੈਨ ਇਹ ਆਪਣੀਆਂ DVDs ਵੀ ਇਹਨਾਂ ਦੇ ਉੱਤੇ ਆਪਣੀਆਂ ਲਾਈ ਕਰਦੀਆਂ ਨੇ, ਜਿਨ੍ਹਾਂ ਦੇ ਥਰੂ ਪ੍ਰੋਸੈਸਿੰਗ ਚੱਲਦੀ ਹੈ। ਦੈਨ ਆਪਣੇ ਕੋਲ ਫਲੋਪੀ ਡਿਸਕ ਡਰਾਈਵ ਵੀ, ਇਹ ਸਾਰੇ ਕੀ ਨੇ, ਆਪਣੇ ਸਟੋਰੇਜ ਡਿਵਾਈਸਿਸ ਨੇ ਜਿਨ੍ਹਾਂ ਦੇ ਵਿੱਚ ਆਪਾਂ ਕੋਈ ਵੀ ਡਾਟਾ ਨੂੰ ਸਟੋਰ ਕਰ ਸਕਦੇ ਹਾਂ। ਇਹ ਫਲੋਪੀ ਡਿਸਕ ਹੈ, ਇਹ ਪੁਰਾਣੇ ਟਾਈਮ ਦੇ ਵਿੱਚ ਥੋੜ੍ਹਾ ਮਤਲਬ ਇਹ ਲਗਾ ਲਓ ਕਿ ਯੂਜ਼ ਹੁੰਦੀਆਂ ਸੀ 1990 ਦੇ ਵਿੱਚ, ਅਤੇ ਉਸ ਤੋਂ ਬਾਅਦ ਵੀ ਅਪ ਟੂ 1995 ਤੱਕ ਇਹ ਫਲੋਪੀ ਡਿਸਕ ਕਾਫੀ ਯੂਜ਼ ਹੁੰਦੀਆਂ ਸੀ, ਠੀਕ ਹੈ। ਦੈਨ ਉਸ ਤੋਂ ਬਾਅਦ ਹੈ ਮਾਊਸ ਕੀ ਆਪਣਾ ਪੁਆਇੰਟਰ ਡਿਵਾਈਸ ਹੈ। ਮੈਂ ਤੁਹਾਨੂੰ ਦੱਸਿਆ ਕਿ ਇਹਦੇ ਥਰੂ ਆਪਾਂ ਕੋਈ ਵੀ ਚੀਜ਼ ਦੇ ਸਿਲੈਕਸ਼ਨ ਹੈ ਜਾਂ ਉਹਦੇ 'ਤੇ ਕੋਈ ਵੀ ਐਕਸ਼ਨ ਪਰਫੋਰਮ ਕਰਨਾ ਹੈ ਤਾਂ ਆਪਾਂ ਮਾਊਸ ਦੇ ਥਰੂ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਕੀਬੋਰਡ ਹੈ, ਦੈਟ ਇਜ਼ ਦਾ ਆਲਸੋ ਇਨਪੁੱਟ ਡਿਵਾਈਸ। ਕੀਬੋਰਡ ਵੀ ਆਪਣੀ ਕੀ ਪ੍ਰੈਸਿਸ ਕਰਦਾ, ਇਹਦੇ ਤੋਂ ਸਪੈਸ਼ਲ ਕੀਜ਼ ਨੇ, ਇਹਦੇ ਵਿੱਚ ਉੱਪਰ ਜਿਹੜੀਆਂ ਅਬਵ ਨੇ ਇਹ ਫੰਕਸ਼ਨ ਕੀਜ਼ ਨੇ, ਐਂਡ ਨਮੈਰਿਕ ਕੀਜ਼ ਨੇ। ਇੱਥੇ ਆਪਣੀਆਂ ਸਪੈਸ਼ਲ ਕੀਜ਼ ਆ ਜਾਂਦੀਆਂ ਨੇ, ਇਹ ਅਲਫਾ ਨਮੈਰਿਕ ਕੀਜ਼ ਆਉਂਦੀਆਂ ਨੇ, ਕਿਉਂਕਿ ਇਹਦੇ ਵਿੱਚ ਅਲਫਾਬੈਟਸ ਵੀ ਨੇ ਅਤੇ ਉੱਪਰ ਇਹਦੇ ਨਾਲ ਨਮੈਰਿਕ ਕੀਜ਼ ਵੀ ਨੇ। ਇਹ ਅਲੱਗ-ਅਲੱਗ ਪਾਰਟਸ ਦੇ ਵਿੱਚ ਦੇਖੋ ਇਹਨਾਂ ਨੇ ਦੱਸਿਆ ਹੋਇਆ। ਫੰਕਸ਼ਨ ਕੀਜ਼ ਨੇ ਜਿਹੜੀਆਂ ਉੱਪਰ ਟੋਪ ਰੋ ਹੈ, ਨਮੈਰਿਕ ਕੀਪੈਡ ਹੈ ਜਿਹੜਾ ਇੱਧਰ ਰਾਈਟ ਸਾਈਡ 'ਤੇ ਹੈ। ਦੈਨ ਨੈਵੀਗੇਸ਼ਨ ਕੀਜ਼ ਨੇ, ਐਰੋ ਕੀਜ਼ ਨੇ, ਆ ਇੱਥੇ ਐਰੋ ਕੀਜ਼ ਨੇ ਦੇਖੋ ਜਿਹੜੀਆਂ ਅਪ ਡਾਊਨ ਐਵੇਂ ਬਣੀਆਂ ਹੁੰਦੀਆਂ ਕਿ ਠੀਕ ਹੈ, ਰਾਈਟ ਸਾਈਡ ਜਾਣਾ ਹੈ, ਲੈਫਟ ਸਾਈਡ ਜਾਣਾ ਹੈ, ਇਹ ਸਾਰੀਆਂ ਆਪਣੀਆਂ ਅਲੱਗ-ਅਲੱਗ ਐਰੋ ਕੀਜ਼ ਨੇ। ਦੈਨ ਮੋਨੀਟਰ ਸਕਰੀਨ ਹੈ, ਮੋਨੀਟਰ ਸਕਰੀਨ ਜਿਹਦੇ ਥਰੂ ਆਪਾਂ ਆਊਟਪੁੱਟ ਆਪਣੀ ਡਿਸਪਲੇ ਹੁੰਦੀ ਹੈ ਆਪਣੇ ਕੋਲ। ਦੈਨ ਹੈ ਪ੍ਰਿੰਟਰ ਕੀ ਹੈ, ਜੋ ਆਪਣੀ ਕਮਾਂਡਸ ਨੂੰ ਪ੍ਰਿੰਟ ਆਊਟ ਕਰਕੇ ਆਪਣੇ ਕੋਲ ਸ਼ੋ ਕਰਦਾ ਹੈ, ਦੈਟ ਇਜ਼ ਦਾ ਆਊਟਪੁੱਟ ਡਿਵਾਈਸ। ਐਂਡ ਸਪੀਕਰਸ ਨੇ, ਇਹ ਵੀ ਆਪਣੇ ਕੋਲ ਆਊਟਪੁੱਟ ਡਿਵਾਈਸਿਸ ਨੇ ਜੋ ਕਿ ਮਾਈਕ ਦੇ ਥਰੂ ਇਨਪੁੱਟ ਲੈਂਦੇ ਹੈ ਐਂਡ ਇਹਦੇ ਥਰੂ ਆਪਣੇ ਕੋਲ ਮਿਊਜ਼ਿਕ ਜਾਂ ਸਾਊਂਡ ਜੋ ਵੀ ਆਪਾਂ ਮਾਈਕ ਦੇ ਥਰੂ ਉਹਨੂੰ ਦਿੱਤੀ ਹੈ ਉਸ ਨੂੰ ਆਪਣੇ ਕੋਲ ਸ਼ੋ ਕਰਦੇ ਹੈ। ਦੈਨ ਦਾ ਕੰਪੋਨੈਂਟਸ ਆਫ ਅ ਕੰਪਿਊਟਰ ਔਰ ਕੰਪਿਊਟਰ ਆਰਗੇਨਾਈਜੇਸ਼ਨ ਵੀ ਕਹਿ ਦਿੰਦੇ ਹਾਂ ਇਹਨੂੰ ਆਪਾਂ। ਕੰਪਿਊਟਰ ਆਰਗੇਨਾਈਜੇਸ਼ਨ ਦੇ ਵਿੱਚ ਕੀ ਹੈ ਬੱਚੇ, ਦੇਖੋ ਕਿ ਕੰਪਿਊਟਰ ਇੱਕ ਸਿਸਟਮ ਕਿੱਦਾਂ ਆਰਗੇਨਾਈਜ਼ ਹੋਇਆ ਹੋਇਆ, ਉਹਦੇ ਵਿੱਚ ਕੀ ਕੁਛ ਹੈ, ਕੀ ਪਾਰਟਸ ਨੇ ਉਹਦੇ। ਮੇਨਲੀ ਆਪਣੇ ਕੋਲ ਇਹਦੇ ਵਿੱਚ ਪਾਰਟਸ ਆਉਂਦੇ ਹੈ, ਇਨਪੁੱਟ ਯੂਨਿਟਸ ਆਉਂਦੀਆਂ ਨੇ ਉਹਦੀਆਂ, CPU ਜੋ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ, ਮੇਨ ਮੈਮਰੀ ਹੈ, ਆਊਟਪੁੱਟ ਯੂਨਿਟ ਅਤੇ ਸਟੋਰੇਜ ਯੂਨਿਟ। ਇਹ ਆਪਾਂ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਸਾਰੇ ਡਿਵਾਈਸਿਸ ਕੀ ਹੁੰਦੇ ਨੇ। ਤਾਂ ਇਹਦੇ ਵਿੱਚ ਆਪਾਂ ਨੋਰਮਲੀ ਇਹ ਚੀਜ਼ ਪੜ੍ਹਦੇ ਹਾਂ। ਦੇਖੋ ਇਹਨਾਂ ਨੇ ਡਿਫਾਈਨ ਕੀਤਾ ਹੋਇਆ ਥੋੜ੍ਹਾ ਕਿ CPU ਕੀ ਹੈ, ਇਜ਼ ਦਾ ਹਾਰਟ ਆਫ ਕੰਪਿਊਟਰ ਸਿਸਟਮ। ਇਹਨਾਂ ਨੇ CPU ਨੂੰ ਹਾਰਟ ਕਿਹਾ ਕਿਉਂਕਿ ਮੇਨ ਪਾਰਟ ਹੈ ਉਹ ਜਿਹਦੇ ਥਰੂ ਕੰਮ ਚੱਲੇਗਾ। ਜੇਕਰ CPU ਹੀ ਨਹੀਂ ਹੈ, ਇਹ ਇੱਕ ਬ੍ਰੇਨ ਵੀ ਹੈ ਅਤੇ ਇੱਕ ਹਾਰਟ ਵੀ ਹੈ। ਬ੍ਰੇਨ ਕਿਉਂਕਿ ਇਹਨੇ ਸਾਰਾ ਕੰਮ ਉਹਦੇ ਵਿੱਚੋਂ ਸੋਚ ਸਮਝ ਕੇ ਕਰਨਾ ਹੈ, ਬਟ ਨਾਲ ਇਹਦੇ ਵਿੱਚ ਕੀ ਹੈ ਕਿ ਜੋ ਆਪਣਾ ਕੰਮ ਇਹਦੇ ਵਿੱਚੋਂ ਚੱਲੇਗਾ ਜਾਂ ਜੋ ਵੀ ਇਹਦੇ ਵਿੱਚ ਪ੍ਰੋਸੈਸਿੰਗ ਹੋਏਗੀ ਤਾਂ ਉਹ ਸਾਰੀਆਂ ਕੀ ਨੇ ਇਹਦੇ ਥਰੂ ਹੀ ਹੋ ਕੇ ਜਾਣਗੀਆਂ। ਅਦਰਵਾਈਜ਼ ਜੇਕਰ CPU ਹੈ ਹੀ ਨਹੀਂ ਹੈ ਦੈਨ ਕੋਈ ਨਾ ਤਾਂ ਕੋਈ ਪ੍ਰੋਸੈਸਿੰਗ ਹੋਊਗੀ, ਇਨਪੁੱਟ ਆਪਾਂ ਚਾਹੇ ਲਈ ਜਾਈਏ ਤਾਂ ਆਊਟਪੁੱਟ ਤਾਂ ਆਪਣੇ ਕੋਲ ਆਏਗੀ ਨਹੀਂ ਕਿਉਂਕਿ ਉਹਦੇ 'ਤੇ ਪ੍ਰੋਸੈਸਿੰਗ ਹੀ ਨਹੀਂ ਹੋਈ। ਦੈਨ ਦੇਖੋ ਮੇਨ ਮੈਮਰੀ ਹੈ ਜਿਹਦੇ ਥਰੂ CPU ਅਟੈਚ ਹੈ, ਇਨਪੁੱਟ ਉਹਦੇ ਤੋਂ ਲੈ ਰਿਹਾ, ਆਊਟਪੁੱਟ ਦੇ ਰਿਹਾ ਹੈ।
ठीक है, बैकिंग स्टोर है, आप जो भी डाटा उत्थे स्टोर कर रहे हैं। तो अपनी एक कंप्यूटर ऑर्गेनाइजेशन है जिहदे विच ये उहदे पार्ट्स ने ते उहदी डायग्राम है कि किवें वो प्रोसैसिंग करता है। दैन नैक्सट अपने कोल इहदे विच आंदा इन्होंने इनपुट यूनिट्स नूं डिस्क्राइब किया है कि की ने इनपुट यूनिट्स दे विच अपने कोल देखो कि IO सिस्टम है, इन्हें अपनियां इनपुट्स दित्तियां ने, इत्थे CPU है जिहदे विच ऑपरेशनल रजिस्टर्स भी लाई करते हैं, ALU अर्थमैटिक लॉजिकल यूनिट भी है, कंट्रोल यूनिट भी है, इत्थे मेन मैमरी भी इहदे नाल अटैच है। दैन वो IO सिस्टम्स ने मतलब इनपुट तो आउटपुट सिस्टम्स ने, इनपुट आप दिन्ने तो आउटपुट आप लैने। दैन CPU की काम करता है, ये सारिया चीज़ों से टास्क परफॉर्म करता है। कोई भी अर्थमैटिक ऑपरेशनस ने, साइंटिफिक ऑपरेशनस ने, तो वो सारे उन्होंने ते टास्क परफॉर्म करना वो किहदा काम है, CPU का काम है। दैन उस तो बाद अपने को है अर्थमैटिक लॉजिकल यूनिट सेंटर, इन्होंने CPU के देखो पार्ट्स दसे है, ALU है, कंट्रोल यूनिट है, रजिस्टर्स है। ठीक है, ALU है जो अर्थमैटिक लॉजिकल यूनिट है, जो अर्थमैटिक ते लॉजिकल ऑपरेशंस ने वो किने परफॉर्म करने ने, ALU ने। कंट्रोल यूनिट ने की करना है कि जो अपने को इनपुट्स आईयां ने उन्होंने एक सीरियलाइजेशन देना, उन्होंने एक प्रॉपर वे देना जिहदे थ्रू वो टास्क प्रॉपर वे दे विच परफॉर्म होंगे। दैन अपने को रजिस्टर्स ने, रजिस्टर्स की ने कि जो आप डाटा उहदे विच टास्क परफॉर्म किए ने वो सारे कित्थे जाके सेव होंगे, रजिस्टर्स दे विच। दैन उस तो बाद बसिस ने, इन्होंने क्या देखो रजिस्टर दे विच स्टोरेज रजिस्टर है, जनरल परपज़ रजिस्टर है, इंस्ट्रक्शन रजिस्टर्स हैं। स्टोरेज जिन्हों के आप स्टोरिंग करते हैं, जनरल परपज़ के की है कि जो आप अलग अलग अर्थमैटिक ऑपरेशनस ने उन्होंने जो फंक्शनस ने वो ये जो आप कह दिए कि कुछ खास चीज़ा जिन्हों का कुछ परपज़ है वो सारिया चीज़ा अपने को जनरल परपज़ रजिस्टर्स के सेव होंदियां ने। दैन अपने को इनफॉर्मेशन इंस्ट्रक्शन रजिस्टर, इंस्ट्रक्शन दे विच जो इंस्ट्रक्शनस ने कि किसी टास्क नूं किवें परफॉर्म करना है, ये वाले डाटा ते आपां जो टास्क परफॉर्म करना है उन्होंने कदों परफॉर्म कराना है, किवें परफॉर्म कराना है, तो किवें उहदी आउटपुट नूं आपां डिस्पले करना है। दैन इहदे विच है बसिस, मेन मैमरी, आउटपुट यूनिट, स्टोरेज यूनिट। बसिस की ने, ठीक है, जो अपना डाटा ट्रांसफर होंदा है जिवें इनपुट डिवाइसिस तो मैं तुहानूं दस्सिया कि बसिस होंदियां ने, इनपुट डिवाइस है, आउटपुट डिवाइस है, इनपुट तो आउटपुट डिवाइसिस तक लैके जाना जो अपनी प्रोसैसिंग हुई है, आउटपुट तो जेकर कोई सिंटैक्स एरर या सीमेंटिक एरर या कोई भी एरर अपने को रिप्रजेंट उहदे विच शो हो रही है तो उस आउटपुट दे लई अपने को फीडबैक वापस इनपुट डिवाइसिस नूं दिंदा है कि देयर इज़ सम एरर हैज़ अकर्ड, सो रिमूव दैट एरर एंड सेंड मी दैट डाटा अगेन। दैन वो की कह रहा है कि जो अपने को ਉਹਦੇ ਵਿੱਚ ਐਰਰਸ ਨੇ ਉਹ ਫੀਡਬੈਕ ਭੇਜ ਰਿਹਾ ਕਿ ਉਹਦੇ ਵਿੱਚ ਐਰਰਸ ਨੇ, ਇਹ ਐਰਰਸ ਨੂੰ ਦੂਰ ਕਰਕੇ ਡਾਟਾ ਨੂੰ ਕਰੈਕਟ ਕਰਕੇ ਮੈਨੂੰ ਭੇਜੋ, ਦੈਨ ਤਾਂ ਕਿ ਮੈਂ ਉਹਦੇ 'ਤੇ ਆਊਟਪੁੱਟ ਦੇ ਸਕਾਂ। ਦੈਨ ਹੈ ਮੇਨ ਮੈਮਰੀ ਜਿੱਥੇ ਆਪਣੀਆਂ ਜੋ ਵੀ ਰੈਮ ਹੈ, ਰੋਮ ਹੈ, ਠੀਕ ਹੈ, ਰੈਂਡਮ ਅਸੈਸ ਮੈਮਰੀਜ਼ ਨੇ, EPROM ਨੇ, ਤੁਸੀਂ ਮੈਮਰੀਜ਼ ਪੜ੍ਹੀਆਂ ਹੋਈਆਂ ਨੇ। ਦੈਨ ਉਹ ਸਾਰਾ ਆਪਣਾ ਡਾਟਾ ਇਹਦੇ ਵਿੱਚ ਲਾਈ ਕਰਦਾ ਹੈ। दैन आउटपुट यूनिट्स जो यूनिट्स जिहदे थ्रू अपने को आउटपुट्स आउंदियां ने। स्टोरेज यूनिट जो आप सारे प्रोसैसिंग के ड्यूरिंग जो आप डाटा सेव करते हैं वो सारा स्टोरेज यूनिट्स के विच सेव होता है। दैन उस तो बाद कंप्यूटर क्लासीफिकेशन है ऑन द बेसिस ऑफ यूजेज ऑफ डाटा, जिमें अपने डाटा नू यूज़ करन दे बेसिस उहदियां क्लासीफिकेशनस ने। एनालॉग कंप्यूटर है, डिजिटल कंप्यूटर है, हाइब्रिड कंप्यूटर है। एनालॉग दे विच जो अपना एनालॉजिकली डाटा जिमें सेव है, इन्होंने किया देखो एक्सेप्ट डाटा एंड दैन प्रोसेसेस इट टू प्रोड्यूस एनालॉग डाटा। एनालॉग कंप्यूटर्स आर कंप्यूटर इन विच न्यूमेरिकल मैग्नीट्यूड्स आर रिप्रेजेंट बाय फिजिकल क्वांटिटीज़। जो ये की है न्यूमेरिकल मैग्नीट्यूड्स, ठीक है, उन्होंने फिजिकल क्वांटिटीज़ की फॉर्म के विच आपां रिप्रेजेंट करते हैं, सच एज इलैक्ट्रिक करंट, जिमें वोल्टेज है, रजिस्टेंस है, इन्होंने आप फिजिकल क्वांटिटीज़ की फॉर्म के विच रिप्रेजेंट करते हैं। दैन डिजिटल कंप्यूटर्स ने, डिजिटल कंप्यूटर्स के विच की है कि जो अपना डाटा डिजिट्स की फॉर्म के विच आपां सेव होंदा है, जिवें 0 एंड 1 की फॉर्म च, ठीक है। दैन उस तो बाद है हाइब्रिड कंप्यूटर्स। हाइब्रिड कंप्यूटर्स के विच की है कि ये एनालॉग ते डिजिटल दोनों का मिक्सचर है। दैन कंप्यूटर क्लासीफिकेशन ऑन द बेसिस ऑफ प्रोसैसिंग स्पीड, साइज़ एंड स्टोरेज कैपेसिटी। जो अपने कंप्यूटर दी क्लासीफिकेशन ने उन्होंने स्पीड के हिसाब नाल, उन्होंने साइज़ के हिसाब नाल ते उन्होंने कैपेसिटी जी स्टोरेज है वो हिसाब नाल। दैन उस तो बाद है जिमें साइज़ के हिसाब नाल देखिए तो माइक्रो कंप्यूटर्स। माइक्रो कंप्यूटर्स जो साइज़ के भी छोटे होंगे तो जिन्हां ते घट डाटा आपां
परफॉर्म कर सकते हैं इन्हां ते। ठीक है, इन्होंने देखो एक्सप्लेन किया है कि कंप्यूटर्स आर पर्सनल यूज़ कम इन ऑल शेप्स एंड साइजेस फ्रॉम टीनी PDAs मतलब जो पर्सनल डाटा अडेप्टर्स ने ये अपने PCs ने ये सारे अपने ये माइक्रो कंप्यूटर्स के आते हैं। All these categories of PC have CPU, RAM, ROM, CRT display, keyboard and storage devices। ये सारे कोल अपना अपना की हुंदा है, जिमें देखो PDA है पर्सनल डिजिटल असिस्टेंट, ये अपना जो भी है कि डाटा आपां सेव करते हैं, टच पैड है। ठीक है, तो ये मिनी कंप्यूटर्स ने सॉरी माइक्रो कंप्यूटर्स ने। दैन उस तो बाद वर्क स्टेशन की एक पार्ट ऑफ कंप्यूटर नेटवर्क एंड जनरली वुड बी एक्सपेक्टेड टू हैव मोर दैन अ रेगुलर डेस्कटॉप PC एंड मोस्ट एवरीथिंग। एक वर्क स्टेशन है मतलब एक पॉइंट ऐसी जगह है जिथे की है काफ़ी सारे PCs आपस दे विच कनैक्टेड ने, दैन वो की करते हैं टास्क परफॉर्म करते हैं। एक वर्क स्टेशन मतलब काम करने वाला एक मेन कॉमन पॉइंट। दैन उस तो बाद नैक्सट अपने को सर्वर्स ने। वर्क स्टेशन के सर्वर्स ओबवियसली एक आप कहते हैं कि क्लाइंट सर्वर मॉडल होंगे बच्चे। क्लाइंट की ने जो आप आम तौर पर उस डाटा नू यूज़ कर रहे हैं या उस फीचर्स नू यूज़ कर रहे हैं जो सर्वर ने आपू प्रोवाइड किए हैं। सर्वर की है मेनली एक प्रोग्रामर है जो वो चीज़ नू डेवलप करके क्लाइंट्स तक पहुँचा रहा है। ठीक है, दैन उस तो बाद अपने साइज़ के हिसाब नाल ने कि मिनी कंप्यूटर्स ने। मिनी कंप्यूटर्स दे विच अपने को काफ़ी जो छोटे छोटे डिवाइसिस आते हैं, छोटे डिवाइसिस मीनस जो अपने मोबाइल फोन्स ने। ठीक है, एक आप कह दिए कि पैड अपने फोन्स ने। ठीक है, दैन मेन फ्रेम कंप्यूटर्स ने अपने को लार्ज कैपेसिटी मैमरी स्पीड कैपेबिलिटीज़ दैन वर्क स्टेशनस। इन्हां दी जिहड़े माइक्रो कंप्यूटर्स ने उन्हां नालों ज़्यादा कैपेसिटी है साइज़ दे विच भी, स्पीड भी ते कैपेबिलिटी काम करन दी कैपेबिलिटीज़ दे विच। Then they are used in business and government houses for scientific research। जो साइंटिफिक रिसर्च एरियाज़ ने उत्थे ये मेन फ्रेम कंप्यूटर्स यूज़ होंगे अपने। दैन सुपर कंप्यूटर्स जिन्हां कोल आपां नाम ते देखिए कि सुपर कंप्यूटर्स ने मीन जिन्हां कोल सुपर पावर्स ने, जिन्हां दे विच काफ़ी सारा आपां कह दिए कैपेसिटीज़ ने बहुत ज़्यादा। ये आप कह दिए लार्ज स्केल दे विच ये सारा इन्हां ते डाटा जो भी इन्हां ते फंक्शनस ने वो आपां परफॉर्म करवाने आ। Then the name supercomputer specify these are the most powerful computers। When we optimize a mainframe computer then we get a supercomputer। ਜਦੋਂ ਆਪਾਂ ਕਰਦੇ ਆ ਕਿ ਮੇਨ ਫਰੇਮ ਕੰਪਿਊਟਰਸ ਨੇ ਜਾਂ ਮਾਈਕਰੋ ਕੰਪਿਊਟਰਸ ਨੇ ਤਾਂ ਇਹ ਸਾਰਿਆਂ ਤੋਂ ਉੱਪਰ ਆਪਣੇ ਕੋਲ ਕੀ ਹੈ ਸੁਪਰ ਕੰਪਿਊਟਰਸ ਨੇ। ਠੀਕ ਹੈ ਜੀ, ਇਹ ਆਪਣੇ ਸਾਈਜ਼ ਦੇ ਹਿਸਾਬ ਨਾਲ ਆਪਣੇ ਕੋਲ ਕੰਪਿਊਟਰਸ दी क्लासीफिकेशन है। दैन है हिस्टरी ऑफ कंप्यूटर जो दी जनरेशनस ने, ये अपने को 5 जनरेशनस ने बच्चे। फर्स्ट जनरेशन है जो अपनी कंप्यूटर की वो 1940 तो 1956 तक सी। ये वैक्यूम ट्यूब्स यूज़ होंदियां सी, जिमें आ बनिया हुई ने कि थोड़ियाँ वैक्यूम ट्यूब्स लाइक स्ट्रक्चर्स है ये बने होंदे सी। इन्हां दे विच की प्रॉब्लम्स आईयां जो आपां नूं नैक्सट अगे दी अगे अपना आख्या दिए कि होर इन्वेस्टमेंट करनी पई, होर आपां नूं डिस्कवर्ड करने पई, इन्वेंट करने पए। सैकेंड जनरेशन आई, सैकेंड तो बाद थर्ड, तो हुण देखिए अपने कोल 5th जनरेशन है। फर्स्ट जनरेशन जो सी की स्टार्टिंग पॉइंट सी तो एक तो इन्हां दा साइज़ काफ़ी वड्डा सी बट काम ही ये बहुत उहदे नालों घट करदे सी, जल्दी हीटअप हो जाते सी, इन्हां नूं एयर कंडीशनिंग की जरूरत पैंदी सी। दैन यह की सी एक मेनली मशीन लैवल लैंगुएज ही समझते सी जो कि 0 ते 1 की फॉर्म सी। वो ईजीली हर एक दे अंडरस्टैंडेबल नहीं सी, तो इसलिए आपां कंपलैक्स डाटा ये उत्ते प्रोसैस नहीं सी कर सकते। दैन ये सारिया चीज़ों को रिकवर करने लिए अपने को आई सैकेंड जनरेशन ऑफ कंप्यूटर जिहदे विच सी देखो इन्होंने क्या उपर फीचर्स दिते ने कि यह की ये हुंदा सी। वैक्यूम ट्यूब टैक्नोलॉजी सी, अनरिलायबल सी, सपोर्टेड मशीन लैंगुएज नहीं समझदा सी, कोस्टली भी ज़्यादा सी, हीटअप जल्दी हो जाते सी, स्लो सी ये डिवाइसिस इनपुट ते आउटपुट के लिए, साइज़ काफ़ी ज़्यादा वड्डा सी, कंज्यूम्ड अ लॉट ऑफ इलैक्ट्रिसिटी तो इलैक्ट्रिसिटी नूं काफ़ी ज़्यादा कंज्यूम करते सी। दैन अपने को सैकेंड जनरेशन कंप्यूटर्स आते हैं जिहड़े कि 1956 तो 1963 तक चले सी। इन्हां दा टाइम पीरियड ਇਹਦੇ ਵਿੱਚ ट्रांजिस्टर्स यूज़ होए सी। ट्रांजिस्टर्स देखो जिमें शू प्लग्स होंगे ने, देखो आप अक्सर हुण भी किते ना किते देखते हैं ना ट्रांजिस्टर लाइक जिमें कुछ आ बनया होया देखो उहदियां 2 वायर्स ने तो प्लग लाइक मतलब एवें दा इन्हां दा स्ट्रक्चर्स इन्हां दे ट्रांजिस्टर्स जो आप फिट करते सी तो इन्हां उहदे अकॉर्डिंग हुंदा सी। इहदे विच देखो की चीज़ां सी
ਸੈਕਿੰਡ ਜਨਰੇਸ਼ਨ ਕੰਪਿਊਟਰ ਵਰ ਸਮੋਲਰ ਇਨ ਸਾਈਜ਼ ਐਜ਼ ਕੰਪੇਅਰ ਟੂ ਫਸਟ ਜਨਰੇਸ਼ਨ। ਫਸਟ ਜਨਰੇਸ਼ਨ ਦੇ ਹਿਸਾਬ ਨਾਲ ਇਹਨਾਂ ਦਾ ਸਾਈਜ਼ ਜ਼ਰੂਰ ਰਿਡਿਊਸ ਹੋਇਆ, ਠੀਕ ਹੈ। ਇਹ ਉਹਦੇ ਨਾਲੋਂ ਜ਼ਿਆਦਾ ਰਿਲਾਏਬਲ ਵੀ ਸੀ, ਲੈਸ ਐਨਰਜੀ ਕੰਜ਼ਿਊਮ ਕਰਦੇ ਸੀ ਇਹ, ਠੀਕ ਹੈ। ਅਸੈਂਬਲੀ ਲੈਂਗੁਏਜ ਇਹਦੇ ਵਿੱਚ ਆ ਗਈ ਸੀ ਐਜ਼ ਕੰਪੇਅਰ ਟੂ ਮਸ਼ੀਨ ਲੈਵਲ ਲੈਂਗੁਏਜ ਦੀ। ਅਸੈਂਬਲੀ ਲੈਂਗੁਏਜ ਸੀ ਜੋ ਆਪਾਂ ਕਹਿ ਦਈਏ ਕਿ ਇਹਦੇ ਵਿੱਚ ਜੋ ਹੁੰਦਾ ਸੀ ਸਾਰਾ ਉਹ ਥੋੜ੍ਹੀ ਅੰਡਰਸਟੈਂਡੇਬਲ ਸੀ, ਬਟ ਐਜ਼ ਕੰਪੇਅਰ ਟੂ ਆਪਾਂ ਕਹਿ ਦਈਏ ਕਿ ਹੁਣ ਜੋ ਆਪਾਂ ਹਾਈ ਜਨਰੇਸ਼ਨ ਲੈਂਗੁਏਜ, ਹਾਈ ਲੈਵਲ ਲੈਂਗੁਏਜ ਯੂਜ਼ ਕਰ ਰਹੇ ਹਾਂ, ਤਾਂ ਉਹਦੇ ਹਿਸਾਬ ਨਾਲ ਅਸੈਂਬਲੀ ਲੈਂਗੁਏਜ ਵੀ ਆਪਣੀ ਪ੍ਰੋਬਲਮ ਕ੍ਰੀਏਟ ਕਰਦੀ ਸੀ, ਈਜ਼ੀਲੀ ਅੰਡਰਸਟੈਂਡੇਬਲ ਨਹੀਂ ਸੀ। ਹੁਣ ਵਾਲੇ PC ਦੇ ਵਿੱਚ ਮਸ਼ੀਨਸ ਨੇ ਜੋ ਉਹ ਮਸ਼ੀਨ ਲੈਵਲ ਲੈਂਗੁਏਜ ਅਤੇ ਅਸੈਂਬਲੀ ਲੈਂਗੁਏਜ ਹੀ ਸਮਝਦੀਆਂ ਨੇ, ਬਟ ਇਨਵੈਸਟਮੈਂਟ ਕੀ ਹੁੰਦੀ ਗਈ ਉਹਨਾਂ ਦੇ ਵਿੱਚ, ਕੀ ਇਨਵੈਂਸ਼ਨ ਹੁੰਦੀ ਗਈ ਕਿ ਐਵੇਂ ਦੇ ਆਪਣੇ ਕੋਲ ਕੰਪਾਈਲਰਸ, ਅਸੈਂਬਲਰਸ ਵੀ ਨਾਲ ਡਿਸਕਵਰ ਹੋਏ ਅਤੇ ਉਹਨਾਂ ਦੇ ਸਾਈਜ਼ ਵੀ ਰਿਡਿਊਸ ਹੋਣੇ ਸ਼ੁਰੂ ਹੋ ਗਏ ਜਿਵੇਂ ਜਿਵੇਂ ਜਨਰੇਸ਼ਨਸ ਕੰਪਿਊਟਰ ਦੀਆਂ ਵਧਣੀਆਂ ਸ਼ੁਰੂ ਹੋਈਆਂ। ਤਾਂ ਉਹਨਾਂ ਦੇ ਵਿੱਚ ਜੋ ਕੰਪਾਈਲਰ, ਅਸੈਂਬਲਰ ਸੀਗੇ ਉਹ ਸਾਰੇ ਅਸੈਂਬਲੀ ਲੈਂਗੁਏਜ ਨੂੰ ਹਾਈ 'ਚ ਚੇਂਜ ਕਰਨਾ ਜਾਂ ਮਸ਼ੀਨ ਨੂੰ ਅਸੈਂਬਲੀ 'ਚ, ਅਸੈਂਬਲੀ ਹਾਈ ਲੈਵਲ ਦੇ ਵਿੱਚ, ਐਵੇਂ ਇੱਕ ਦੂਸਰੇ ਨੂੰ ਮਤਲਬ ਇਹ ਟਰਾਂਸਫਰ ਕਰਦੇ ਸੀ ਲੈਂਗੁਏਜਸ ਨੂੰ। ਦੈਨ ਉਸ ਤੋਂ ਬਾਅਦ ਥਰਡ ਜਨਰੇਸ਼ਨ ਹੈ ਜੋ ਕਿ IC ਸਰਕਟ ਬੇਸਡ ਸੀ। ਇਹਨਾਂ ਦਾ ਟਾਈਮ ਪੀਰੀਅਡ ਸੀ 1965 ਟੂ 1971। ਇਹਦੇ ਵਿੱਚ ਕੀ ਸੀ ਬੱਚੇ, ਇੰਟੀਗ੍ਰੇਟਡ ਸਰਕਟ ਸੀਗੇ, IC ਚਿਪਸ। ਜਿਵੇਂ ਤੁਸੀਂ ਇਹ ਲਗਾ ਲਓ ਕਿ ਹੁਣ ਆਪਾਂ TV ਦੇ ਰਿਮੋਟਸ ਹੁੰਦੇ ਆ ਹੈ ਨਾ, ਤਾਂ ਉਹਨਾਂ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਕੁਝ ਗ੍ਰੀਨ ਪਲੇਟਸ ਹੁੰਦੀਆਂ ਨੇ, ਗ੍ਰੀਨ ਉਹਦੇ ਵਿੱਚੋਂ ਐਵੇਂ ਕੁਝ ਬਣੇ ਹੁੰਦੇ, ਉਹਨਾਂ ਦੇ ਵਿੱਚ ਡੋਟ ਡੋਟ ਜਿਹੇ ਹੁੰਦੇ, ਉਹਨਾਂ ਨਾਲ ਵਾਇਰ ਦੇ ਬਰੀਕ ਬਰੀਕ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਕਨੈਕਸ਼ਨਸ ਹੁੰਦੇ ਨੇ। ਤਾਂ ਉਹ ਕੀ ਨੇ, ਆਪਣੇ IC ਸਰਕਟਸ ਨੇ, ਉਹ ਇੰਟੀਗ੍ਰੇਟਡ ਚਿਪਸ ਨੇ। ਅਤੇ ਇਹਦੇ ਵਿੱਚ ਜੋ ਲੈਂਗੁਏਜਿਸ ਯੂਜ਼ ਹੋਈਆਂ ਉਹ ਸੀ ਕੋਬੋਲ, ਫੋਰਟ੍ਰੇਨ। ਥਰਡ ਜਨਰੇਸ਼ਨ ਦੇ ਵਿੱਚ ਆਪਣੀਆਂ ਥੋੜ੍ਹੀਆਂ ਨੋਰਮਲ ਲੈਂਗੁਏਜਿਸ ਬਣਨੀਆਂ ਸ਼ੁਰੂ ਹੋਈਆਂ ਸੀ। ਦੈਨ ਫੀਚਰਸ ਕੀ ਸੀ ਦੇਖੋ, ਇਹਦੇ ਵਿੱਚ ਇੱਕ ਤਾਂ ਇੰਟੀਗ੍ਰੇਟਡ ਸਰਕਟਸ ਯੂਜ਼ ਹੁੰਦੇ ਸੀ। ਇਹ ਇਨ ਕੰਪੈਰੀਜ਼ਨ ਟੂ ਸੈਕਿੰਡ ਜਨਰੇਸ਼ਨ ਦੇ ਵਿੱਚ ਇਹ ਸਮੋਲਰ ਹੋ ਗਏ, ਉਹਦੇ ਨਾਲੋਂ ਥੋੜ੍ਹੇ ਸਸਤੇ ਹੋ ਗਏ, ਉਹਦੇ ਨਾਲੋਂ ਜ਼ਿਆਦਾ ਥੋੜ੍ਹੇ ਫਾਸਟ ਵੀ ਹੋ ਗਏ, ਕਿਉਂਕਿ ਜਿਵੇਂ ਜਿਵੇਂ ਜਨਰੇਸ਼ਨਸ ਵਧੀ ਗਈਆਂ ਉਹਨਾਂ 'ਚ ਥੋੜ੍ਹੀਆਂ ਇੰਪਰੂਵਮੈਂਟ ਉਹਦੇ ਫੀਚਰਸ ਦੇ ਵਿੱਚ ਹੁੰਦੀਆਂ ਗਈਆਂ। ਇਹਦੇ ਵਿੱਚ ਹਾਈ ਲੈਵਲ ਲੈਂਗੁਏਜ ਆਪਣੀਆਂ ਥਰਡ ਜਨਰੇਸ਼ਨ ਦੇ ਵਿੱਚ ਯੂਜ਼ ਹੋਣੀਆਂ ਸ਼ੁਰੂ ਹੋ ਗਈਆਂ ਸੀ। ਦੈਨ ਆਪਣੀ ਹੈ ਫੋਰਥ ਜਨਰੇਸ਼ਨ ਜੋ ਕਿ 1972 ਤੋਂ 1990 ਤੱਕ ਸੀ। ਇਹਦੇ ਵਿੱਚ ਮਾਈਕਰੋ ਪ੍ਰੋਸੈਸਰਸ, ਇਹਦੇ ਵਿੱਚ ਵੀ ਮਾਈਕਰੋ ਪ੍ਰੋਸੈਸਰਸ ਦੇ ਵਿੱਚ ਜੋ ਸੀਗਾ ਆਪਾਂ ਯੂਜ਼ ਕਰਦੇ ਸੀ ਲੈਂਗੁਏਜਿਸ ਸੀਗੀਆਂ ਆਪਣੀਆਂ C++, ਜਾਵਾ, PHP। ਫੋਰਥ ਜਨਰੇਸ਼ਨ ਲੈਂਗੁਏਜਿਸ ਦੇ ਵਿੱਚ ਇਹ ਆ ਗਈਆਂ ਸੀ। ਦੈਨ ਉਸ ਤੋਂ ਬਾਅਦ ਆਪਣੇ ਕੋਲ ਇਹ ਚੀਜ਼ਾਂ ਜਿਹੜੀਆਂ ਯੂਜ਼ ਹੋਈਆਂ ਮਾਈਕਰੋ ਪ੍ਰੋਸੈਸਰਸ ਦੇ ਵਿੱਚ, ਜਿਵੇਂ ਆਪਾਂ ਕਹਿ ਦਈਏ ਡਾਟਾ ਸੇਵ ਕਰਨਾ ਸੀ ਤਾਂ LD, ਜਿਵੇਂ 5 ਵੈਲਿਊ ਨੂੰ ਆਪਾਂ ਰਜਿਸਟਰ 1 ਦੇ ਵਿੱਚ ਸੇਵ ਕਰਨਾ ਹੈ। ਦੈਨ ਉਸ ਤੋਂ ਬਾਅਦ ਇਹਨਾਂ ਨੂੰ ਐਡ ਕਰਨਾ ਹੈ, ਮੰਨ ਲਓ ਵੈਲਿਊਜ਼ ਨੂੰ 5,4, ਠੀਕ ਹੈ। ਦੈਨ ਇਹਨੂੰ ਆਪਾਂ ਫਿਰ ਸਟੋਰ ਕਰਨਾ ਹੈ। ਦੈਨ ST ਜੋ ਆਪਣੀ ਕੋਲ ਵੈਲਿਊ ਰਿਜ਼ਲਟ ਆਊਗਾ ਇਹਦੇ 'ਚ 9 ਮੰਨ ਲਓ ਇਹਦਾ ਸਪੋਜ਼ ਆ ਗਿਆ ਰਿਜ਼ਲਟ, ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਸੇਵ ਕਿੱਥੇ ਕਰਦੇ ਸੀ, R2 ਰਜਿਸਟਰ ਦੇ ਵਿੱਚ। ਤਾਂ ਮਤਲਬ ਐਵੇਂ ਦੀ ਲੈਂਗੁਏਜਿਸ ਦੇ ਵਿੱਚ ਇਹ ਮਾਈਕਰੋ ਪ੍ਰੋਸੈਸਰਸ ਕੰਮ ਕਰਦੇ ਸੀ। ਦੈਨ ਆਪਣੇ ਕੋਲ ਹੈ ਕਿ ਇਹਦੇ ਵਿੱਚ ਕੀ ਫੀਚਰ ਸੀਗੇ। ਫੀਚਰਸ ਇਹਦੇ ਵਿੱਚ ਸੀ ਕਿ ਇੱਕ ਤਾਂ ਸਕੇਲ ਇੰਟੀਗ੍ਰੇਟਡ ਸਰਕਟ ਸੀ, ਮਤਲਬ ਪਹਿਲਾਂ ਵਾਲੀਆਂ ਜੋ 3 ਜਨਰੇਸ਼ਨ ਸੀ ਉਹਨਾਂ ਨਾਲੋਂ ਕਾਫੀ ਜ਼ਿਆਦਾ ਇਹ ਵਧੀਆ ਸੀ। ਇਹ 'ਤੇ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਸਰਕਟਸ ਇਹ 'ਤੇ ਕੰਮ ਕਰਦੇ ਸੀ। ਇਹ ਐਫੋਰਡੇਬਲ ਸੀ, ਈਜ਼ੀਲੀ ਅਵੇਲੇਬਲ ਸੀ ਆਪਣੀ ਜਨਰੇਸ਼ਨਸ ਨੂੰ। ਅਤੇ ਇਹਦੇ ਵਿੱਚ ਕੀ ਹੋਇਆ ਕਿ ਉਹਦੇ ਨਾਲੋਂ ਘੱਟ ਇਹ AC ਦੀ ਰਿਕੁਆਇਰਮੈਂਟ ਘੱਟ ਹੁੰਦੀ ਸੀ, ਕਿਉਂਕਿ ਹੀਟ ਅਪ ਘੱਟ ਹੁੰਦੇ ਜ਼ਰੂਰ ਸੀ ਥੋੜ੍ਹੇ ਟਾਈਮ ਪੀਰੀਅਡ ਤੋਂ ਬਾਅਦ ਜਾ ਕੇ, ਬਟ ਇਹ ਸੀਗਾ ਕਿ ਚਲੋ ਉਦੋਂ ਤੱਕ ਆਪਣਾ ਕੰਮ ਇਹਦੇ ਵਿੱਚ ਫਿਨਿਸ਼ ਹੋ ਜਾਂਦਾ ਸੀ। ਇਹਨਾਂ ਦਾ ਸਾਈਜ਼ ਪਹਿਲੀ ਜਨਰੇਸ਼ਨਸ ਨਾਲੋਂ ਘੱਟ ਗਿਆ ਸੀ ਅਤੇ ਈਜ਼ੀਲੀ ਇਹਨਾਂ ਨੂੰ ਅਸੈਂਬਲ ਕਰਨਾ, ਈਜ਼ੀਲੀ ਇਹਨਾਂ ਨੂੰ ਆਪਾਂ ਇੱਕ ਦੂਸਰੇ ਤੋਂ ਟਰਾਂਸਪੋਰਟ ਮਤਲਬ ਕਰਨਾ ਈਜ਼ੀ ਸੀ। ਦੈਨ ਵੀ ਕੈਨ ਯੂਜ਼ ਪਰਸਨਲ ਕੰਪਿਊਟਰਸ ਇਨ ਦਾ ਫੋਰਥ ਜਨਰੇਸ਼ਨ, ਮਤਲਬ ਆਪਣੇ ਕੋਲ ਆਪਣਾ ਪਰਸਨਲ ਕੰਪਿਊਟਰਸ ਆਉਣੇ ਸ਼ੁਰੂ ਹੋਏ। ਦੈਨ ਫਿਫਥ ਜਨਰੇਸ਼ਨ ਕੰਪਿਊਟਰ ਹੈ ਜੋ ਕਿ ਆਪਾਂ ਪ੍ਰੈਜੈਂਟ ਐਂਡ ਬਿਯੋਂਡ, ਮਤਲਬ ਜੋ ਆਪਣਾ ਪ੍ਰੈਜੈਂਟਲੀ ਚੱਲ ਰਿਹਾ ਜਾਂ ਅੱਗੇ ਹਲੇ ਚੱਲਣਗੇ, ਉਹ ਆਪਣੇ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਨੇ। ਇਹਨਾਂ ਨੂੰ ਐਕਸਪਰਟ ਸਿਸਟਮ ਵੀ ਕਿਹਾ ਜਾਂਦਾ ਹੈ। ਇਹ ਸਾਰੇ ਆਪਣੇ ਕੀ ਸੀ, VLSI ਟੈਕਨੋਲੋਜੀ ਸੀ, ULSI, ਇਹ ਸਾਰੀਆਂ ਟੈਕਨੋਲੋਜੀਜ਼, ਮਾਈਕਰੋ ਪ੍ਰੋਸੈਸਰਸ, ਇਹਦੇ ਵਿੱਚ ਪਿਛਲੀਆਂ ਜੋ ਚੀਜ਼ਾਂ ਯੂਜ਼ ਹੋਣ ਵਾਲੀਆਂ ਸੀ ਉਹ ਵੀ ਯੂਜ਼ ਹੋਈਆਂ ਅਤੇ ਇਹਦੇ ਵਿੱਚ ਨਵੇਂ ਫੀਚਰਸ ਆਏ। ਜਿਵੇਂ ਆਪਾਂ ਕਹਿ ਦਈਏ ਕਿ HTML, PHP ਆਪਾਂ ਪਹਿਲਾਂ ਯੂਜ਼ ਕਰਨੀਆਂ ਸ਼ੁਰੂ ਕੀਤੀਆਂ ਸੀ। ਹੁਣ ਆਪਣੇ ਕੋਲ ਇਹਦੇ ਵਿੱਚ ਜਿਵੇਂ DreamWeaver, .NET, C#, ਤਾਂ ਇਹ ਸਾਰੇ ਜੋ ਨਵੀਆਂ ਹੋਰ ਲੈਂਗੁਏਜਿਸ ਬਣੀਆਂ ਉਹਦੇ ਹਿਸਾਬ ਨਾਲ ਆਪਣੇ ਫਿਫਥ ਜਨਰੇਸ਼ਨ ਲੈਂਗੁਏਜ ਦੇ ਵਿੱਚ ਇਹ ਸਾਰੇ
ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ। ਅਤੇ ਹੁਣ ਦੇ ਜੋ ਆਪਣੇ ਪੀਸੀ ਨੇ ਹੀਟਅਪ ਘੱਟ ਹੁੰਦੇ ਨੇ, ਜਿਵੇਂ ਕਿ ਲੈਪਟੋਪਸ ਹੋ ਗਏ, ਹੋਰ ਹੋ ਗਏ, ਅਤੇ ਇਹ ਡਿਵਾਈਸਿਸ ਨੇ ਆਪਾਂ ਨੋਰਮਲੀ ਇਹਨਾਂ ਨੂੰ, ਇਹ ਈਜ਼ੀਲੀ ਪੋਰਟੇਬਲ ਨੇ, ਪੋਰਟੇਬਲ ਡਿਵਾਈਸਿਸ ਨੇ, ਤਾਂ ਇਹ ਸਾਰੇ ਆਪਾਂ ਆਮ ਲਾਈਫ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਦੈਨ ਇਹ ਸੀ ਆਪਣਾ ਫੰਡਾਮੈਂਟਲਸ ਆਫ ਕੰਪਿਊਟਰ, ਕਿ ਕੰਪਿਊਟਰਸ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ, ਉਹਨਾਂ ਦੇ ਜੋ ਪਾਰਟਸ ਨੇ ਜਾਂ ਐਲੀਮੈਂਟਸ ਨੇ, ਉਹਨਾਂ ਦੇ ਕੀ ਕੀ ਆਪਣੇ ਕੋਲ ਫੰਕਸ਼ਨਸ ਨੇ, ਅਤੇ ਜੋ ਆਪਣੀ ਕੰਪਿਊਟਰਸ ਦੀ ਹਿਸਟਰੀ ਹੈ ਕਿ ਆਪਾਂ ਨੇ ਪਿੱਛੇ ਕੀ ਕੁਛ ਦੇਖਿਆ, ਉਹਨਾਂ ਦੇ ਵਿੱਚ ਕੀ ਚੀਜ਼ਾਂ ਸੀ, ਕੀ ਫੈਸਿਲਿਟੀਜ਼ ਸੀ, ਅਤੇ ਉਹ ਕਿਹੜੀਆਂ ਉਹਦੇ ਵਿੱਚ ਇੰਪਰੂਵਮੈਂਟਸ ਕਰਨ ਵਾਲੀਆਂ ਸੀ, ਉਹ ਕਿਵੇਂ ਇੰਪਰੂਵ ਹੋਈਆਂ, ਅਤੇ ਹੁਣ ਦੀ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਕਿੱਦਾਂ ਦੇ ਪੀਸੀ ਨੇ। I hope that you all have understand this topic. If you have any problem, then you can ask me. Thank you and bye bye students.